ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ। ਸਨਮਾਨਯੋਗ ਸਤ ਸੰਗਤ ਜੀਓ, ਗੁਰਦੇਵ ਦੀ ਬਖਸ਼ਿਸ਼ ਨਿਮਰ ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼ਾਮ ਦਾ ਵਿਸ਼ੇਸ਼ ਦੀਵਾਨ ਇਸ ਗੁਰੂ ਘਰ ਦੇ ਅਣਥੱਕ ਸੇਵਕ ਸਰਦਾਰ ਹਰਚਰਨ ਸਿੰਘ ਜੀ ਗੁਲਾਟੀ ਮੁਸਾਫਰ ਜੀ, ਉਹਨਾਂ ਦੇ ਵੱਡੇ ਭਰਾਤਾ ਸਰਦਾਰ ਜੋਗਿੰਦਰ ਸਿੰਘ ਜੀ ਗੁਲਾਟੀ, ਜੋ ਇਸ ਫਾਨੀ ਸੰਸਾਰ ਦੀ ਯਾਤਰਾ ਨੂੰ ਸੰਪੂਰਨ ਕਰਕੇ ਪ੍ਰਭੂ ਚਰਨਾਂ ਦੇ ਵਿੱਚ ਜਾ ਬਰਾਜੇ ਹੈ। ਕਿਉਂਕਿ ਇਸ ਸੰਸਾਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਦੀ ਆਦ ਬਾਣੀ ਹੈ ਜਪ। ਉਹਨੂੰ ਆਦ ਬਾਣੀ ਵੀ ਕਹਿੰਦੇ ਹੈ, ਨਿਤਨੇਮ ਦੀ ਬਾਣੀ ਵੀ ਕਹਿੰਦੇ ਹੈ, ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਲੀ ਬਾਣੀ ਵੀ ਹੈ। ਆਰੰਭਤਾ ਹੀ ਜਪ ਤੋਂ ਹੈ। ਉਸ ਦੇ ਵਿੱਚ ਗੁਰੂ ਨਾਨਕ ਸਾਹਿਬ ਕਥਨ ਕਰਦੇ ਨੇ, ਜੋਰ ਨ ਜੀਵਨ ਮਰਨ ਨ ਜੋਰ। ਬੜੀ ਕੀਮਤੀ ਪੰਕਤੀ ਹੈ ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਸਾਹਿਬ ਦੀ। ਜੋਰ ਨ ਜੀਵਨ ਮਰਨ ਨਾ ਜੋਰ। ਸਾਰੇ ਸੰਸਾਰ ਦੇ ਵਿੱਚ ਤਿੰਨ ਘਟਨਾ ਹੀ ਘਟਤ ਹੋ ਰਹੀਆਂ। ਜਨਮ ਹੈ, ਜੀਵਨ ਹੈ ਔਰ ਮਰਨ ਹੈ। ਜੀਵ ਆ ਰਿਹਾ ਹੈ, ਜੀਵ ਜੀ ਰਿਹਾ ਹੈ, ਜੀਵ ਜਾ ਰਿਹਾ ਹੈ। ਜਿੱਥੇ ਮਨੁੱਖ ਦਾ ਆਉਣਾ ਵਾਹਿਗੁਰੂ ਦਾ ਹੁਕਮ ਹੈ। ਮੈਂ ਅਰਜ਼ ਕਰਾਂ, ਸੰਸਾਰ ਦੇ ਵਿੱਚ ਹਜ਼ਾਰਾਂ ਬੱਚੇ ਪੈਦਾ ਹੋ ਰਹੇ, ਲੱਖਾਂ ਕਰੋੜਾਂ ਬੱਚਿਆਂ ਦਾ ਜਨਮ ਹੋ ਰਿਹਾ। ਆਪ ਸੁਣ ਕੇ ਹੈਰਾਨ ਹੋਵੋਗੇ। ਉਹ ਜੋ ਜਨਮ ਦੀ ਘਟਨਾ ਹੈ ਉਹ ਸੈਲਫ ਚੁਆਇਸ ਨਹੀਂ ਹੈ। ਜਨਮ ਸਮੇਂ ਸਾਡੇ ਕੋਲੋਂ ਇਹ ਨਹੀਂ ਪੁੱਛਿਆ ਜਾਂਦਾ, ਬੰਦੇ ਤੂੰ ਜਨਮ ਲੈਣਾ ਵੀ ਚਾਹੁੰਦਾ ਹੈ ਜਾਂ ਨਹੀਂ ਲੈਣਾ ਚਾਹੁੰਦਾ। ਜਨਮ ਸਮੇਂ ਸਾਡੀ ਮਰਜ਼ੀ ਨਹੀਂ ਚੱਲਦੀ ਕਿਸ ਘਰ ਦੇ ਵਿੱਚ ਜਨਮ ਲੈਣਾ ਹੈ, ਕਿਸ ਪ੍ਰਾਂਤ ਦੇ ਵਿੱਚ ਜਨਮ ਲੈਣਾ ਹੈ, ਕਿੱਥੇ ਜਨਮ ਲੈਣਾ ਹੈ। ਜਨਮ ਤੱਕ ਸਾਡੀ ਕੋਈ ਮਰਜ਼ੀ ਨਹੀਂ ਹੈ। ਜਨਮ ਸਾਡੀ ਮਰਜ਼ੀ ਨਾਲ ਨਹੀਂ ਹੋਇਆ। ਅਗਰ ਬੰਦੇ ਦੀ ਮਰਜ਼ੀ ਨਾਲ ਜਨਮ ਹੋਵੇ ਤੇ ਕੋਈ ਬੰਦਾ ਕਿਧਰੇ ਪੈਦਾ ਹੋ ਰਿਹਾ, ਕੋਈ ਕਿਧਰੇ ਪੈਦਾ ਹੋ ਰਿਹਾ। ਜਨਮ ਵਾਹਿਗੁਰੂ ਦੇ ਹੁਕਮ 'ਚ ਹੈ। ਜਨਮ ਤੋਂ ਬਾਅਦ ਜੀਵਨ ਆਰੰਭ ਹੁੰਦਾ ਹੈ, ਜ਼ਿੰਦਗੀ ਆਰੰਭ ਹੁੰਦੀ ਹੈ। ਹੁਣ ਜੋ ਮੈਂ ਬੇਨਤੀ ਕਰ ਰਿਹਾ, ਥੋੜ੍ਹਾ ਧਿਆਨ ਨਾਲ ਸਰਵਣ ਕਰਨਾ। ਜੀਵਨ ਦੇ ਵਿੱਚ ਦੁੱਖ ਹੈ, ਸੁੱਖ ਹੈ। ਜੀਵਨ ਦੇ ਵਿੱਚ ਹਰਖ ਹੈ, ਸੋਗ ਹੈ। ਐਸਾ ਨਹੀਂ ਹੈ ਕਿ ਜੀਵਨ ਦੇ ਵਿੱਚ ਸਿਰਫ ਹਰਖ ਹੀ ਹੈ, ਨਹੀਂ, ਸੋਗ ਵੀ ਹੈ, ਦੁੱਖ ਵੀ ਹੈ। ਐਸਾ ਨਹੀਂ ਹੈ ਕਿ ਜੀਵਨ ਦੇ ਵਿੱਚ ਸਿਰਫ ਸੋਗ ਹੈ, ਨਹੀਂ, ਹਰਖ ਵੀ ਹੈ। ਮੈਂ ਕਈ ਦਫਾ ਅਰਜ਼ ਕੀਤੀ ਹੈ,
ਦੁਨੀਆ ਦੇ ਵਿੱਚ ਹਰ ਸ਼ਹਿਰ ਦਾ ਕੋਈ ਨਾ ਕੋਈ ਨਾਮ ਹੈ। ਜੈਸੇ ਇਹ ਨਿਊਯਾਰਕ ਹੈ ਤੇ ਜਿੱਥੇ ਗੁਲਾਟੀ ਵੀਰ ਜੀ ਦੇ ਬ੍ਰਦਰ ਦੀ ਡੈਥ ਹੋਈ ਹੈ, ਲੰਡਨ ਦੇ ਵਿੱਚ ਉਹਨਾਂ ਦੀ ਫੌਤ ਹੋ ਗਈ, ਡੈਥ ਹੋ ਗਈ। ਔਰ ਲੰਡਨ ਦਾ ਉਹ ਇਲਾਕਾ ਜਿੱਥੇ ਮੈਂ ਅਰਜ਼ ਕਰਾਂ ਕਾਫੀ ਅਫਗਾਨ ਪਰਿਵਾਰ ਰਹਿੰਦੇ ਨੇ, ਹੀਜ਼ ਦਾ ਇਲਾਕਾ, ਤਕਰੀਬਨ ਮੈਨੂੰ ਉੱਥੇ ਕਾਫੀ ਰਹਿਣ ਦਾ ਸਮਾਂ ਮਿਲਿਆ। ਸਾਊਥ ਹਾਲ ਦੇ ਨਾਲ ਹੀ ਉਹ ਇਲਾਕਾ ਹੈ ਜਿੱਥੇ ਵੀਰ ਜੀ ਗੁਲਾਟੀ ਜੀ ਦੇ ਬ੍ਰਦਰ ਗੁਰਪੁਰੀ ਸਰਦਾਰ ਗਏ। ਉੱਥੋਂ ਦੀ ਸਿੱਖ ਸੰਗਤ ਮੈਂ ਤਕਰੀਬਨ ਦੇਖਿਆ ਜਿਹੜੀ ਸਾਊਥ ਹਾਲ ਸ਼ਾਮ ਨੂੰ ਕਥਾ ਹੁੰਦੀ ਹੈ 6:30 ਤੋਂ ਗਾਲਬਨ 7:30, ਉਹ ਹੇਜ਼ ਤੋਂ ਲੋਕ ਸੁਣਨ ਆਉਂਦੇ ਨੇ। ਤਕਰੀਬਨ ਕਾਫੀ ਲੋਕ ਉੱਥੇ ਹਾਜ਼ਰੀ ਭਰਦੇ ਹੈ। ਮੈਂ ਅਰਜ਼ ਕਰ ਰਿਹਾ ਸੀ ਹਰ ਸ਼ਹਿਰ ਦਾ ਕੋਈ ਨਾ ਕੋਈ ਨਾਮ ਹੈ। ਜਿਵੇਂ ਨਿਊਯਾਰਕ ਹੈ, ਲੰਡਨ ਹੈ, ਪੈਰਿਸ ਹੈ, ਸਵੀਡਨ ਹੈ, ਡੈਨਮਾਰਕ ਹੈ, ਟੋਕੀਓ ਹੈ, ਹਰ ਸ਼ਹਿਰ ਦਾ ਕੋਈ ਨਾ ਕੋਈ ਨਾਮ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਹਜ਼ੂਰ ਨੇ ਇਸ ਸਾਰੀ ਦੁਨੀਆ ਨੂੰ ਇੱਕ ਨਾਮ ਦਿੱਤਾ ਹੈ। ਸਾਰੀ ਦੁਨੀਆ ਨੂੰ ਇੱਕ ਨਾਮ ਦਿੱਤਾ ਹੈ। ਪਤਾ ਮਹਾਰਾਜ ਕੀ ਕਹਿੰਦੇ ਨੇ? ਸਾਹਿਬ ਕਹਿੰਦੇ ਨੇ ਹਰਖ ਸੋਗ ਨਗਰ ਏਕੀਆ। ਬੜੀ ਕੀਮਤੀ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ। ਹਰਖ ਸੋਗ ਨਗਰ ਏਕੀਆ। ਮਹਾਰਾਜ ਕਹਿੰਦੇ ਨੇ ਨਗਰ, ਕਹਿੰਦੇ ਨੇ ਸ਼ਹਿਰ ਨੂੰ, ਅਸੀਂ ਸ਼ਹਿਰ ਕਹਿੰਦੇ, ਨਗਰ ਵੀ ਕਹਿ ਲੈਂਦੇ ਨੇ। ਗੁਰੂ ਮਹਾਰਾਜ ਨੇ ਜਿਹੜਾ ਸ਼ਬਦ ਵਰਤਿਆ ਉਹ ਨਗਰ ਵਰਤਿਆ ਹੈ। ਸਾਹਿਬ ਕਹਿੰਦੇ ਨੇ ਪ੍ਰਭੂ ਨੇ ਇਹ ਜਿਹੜਾ ਨਗਰ ਬਣਾਇਆ ਹੈ, ਇਹ ਦੁਨੀਆ ਬਣਾਈ ਹੈ, ਇਹ ਜਹਾਨ ਬਣਾਇਆ ਹੈ, ਇਹ ਸੰਸਾਰ ਬਣਾਇਆ ਹੈ, ਇਹ ਇੱਕ ਨਗਰ ਬਣਾਇਆ ਹੈ। ਤੇ ਨਗਰ ਪਤਾ ਕਾਹਦਾ ਬਣਾਇਆ ਹੈ? ਮਹਾਰਾਜ ਕਹਿੰਦੇ ਨੇ ਸੁੱਖ ਤੇ ਦੁੱਖ ਦਾ ਬਣਾਇਆ ਹੈ। ਹਰਖ ਸੋਗ ਨਗਰ ਏਕੀਆ। ਇੱਥੇ ਕਦੀ ਸੁੱਖ ਹੈ, ਕਦੀ ਦੁੱਖ ਹੈ, ਕਦੀ ਦੁੱਖ ਹੈ, ਕਦੀ ਸੁੱਖ ਹੈ। ਬੰਦਾ ਕਦੀ ਦੁਖੀ ਹੁੰਦਾ ਹੈ, ਕਦੀ ਸੁਖੀ ਹੁੰਦਾ ਹੈ, ਤੇ ਇਸ ਤਰ੍ਹਾਂ ਹੀ ਉਹਦੀ ਜੀਵਨ ਬਤੀਤ ਹੁੰਦਾ ਹੈ। ਦੁੱਖ ਸੁੱਖ ਕਰਤ ਜਨਮ ਪੁਨ ਮੂਆ। ਹੁਣ ਮੈਂ ਅਰਜ਼ ਕਰਾਂ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਨੇ, ਸਾਡੇ ਹੁਕਮ 'ਚ ਨਹੀਂ ਆਉਂਦੇ। ਜੇ ਬੰਦੇ ਦੇ ਹੁਕਮ 'ਚ ਆਉਣ ਤੇ ਮੇਰਾ ਖਿਆਲ ਹੈ ਕੋਈ ਬੰਦਾ ਦੁਖੀ ਹੋਵੇ ਹੀ ਨਾ, ਕਿਉਂਕਿ ਕੌਣ ਬੰਦਾ ਕਹਿੰਦਾ ਮੈਂ ਦੁਖੀ ਹੋਵਾਂ, ਬੇਚੈਨ ਹੋਵਾਂ, ਪਰੇਸ਼ਾਨ ਹੋਵਾਂ। ਦੁੱਖ ਸਾਡੇ ਹੁਕਮ 'ਚ ਨਹੀਂ ਹੈ, ਸੁੱਖ ਵੀ ਸਾਡੇ ਹੁਕਮ 'ਚ ਨਹੀਂ ਹੈ, ਸਾਡੀ ਚੁਆਇਸ ਨਹੀਂ ਹੈ। ਦੁੱਖ ਪ੍ਰਭੂ ਦੇ ਹੁਕਮ 'ਚ ਹੈ, ਸੁੱਖ ਪ੍ਰਭੂ ਦੇ ਹੁਕਮ 'ਚ ਹੈ। ਨਾ ਬੰਦੇ ਦਾ ਦੁੱਖ ਦੇ ਵਿੱਚ ਹੁਕਮ ਚੱਲਦਾ ਹੈ, ਨਾ ਸੁੱਖ ਦੇ ਵਿੱਚ ਹੁਕਮ ਚੱਲਦਾ ਹੈ। ਉਹ ਪ੍ਰਭੂ ਦੇ ਹੁਕਮ ਨਾਲ ਆਉਂਦੇ ਹੈ। ਜੀਵਨ ਦੇ ਵਿੱਚ ਦੁੱਖ ਸੁੱਖ ਤੋਂ ਬਾਅਦ, ਜਨਮ ਤੋਂ ਬਾਅਦ ਜੀਵਨ ਹੈ, ਜੀਵਨ ਤੋਂ ਬਾਅਦ ਫਿਰ ਮੈਂ ਅਰਜ਼ ਕਰਾਂ ਮੌਤ ਹੈ। ਇਹ ਸੰਸਾਰ ਦੇ ਵਿੱਚ ਜੋ ਆਇਆ ਹੈ ਉਹਨੇ ਇੱਕ ਨਾ ਇੱਕ ਦਿਨ ਜਾਣਾ ਜ਼ਰੂਰ ਹੈ, ਰੁਖਸਤ ਜ਼ਰੂਰ ਹੋਣਾ ਹੈ। ਤੇ ਮੌਤ ਤੋਂ ਅੱਜ ਤੱਕ ਕੋਈ ਬਚ ਹੀ ਨਹੀਂ ਸਕਿਆ। ਮੌਤ ਨੇ ਤਾਂ ਇੱਕ ਦਿਨ ਆ ਹੀ ਜਾਣਾ ਹੈ। ਖਾਸ ਤੌਰ 'ਤੇ ਜਿਹੜਾ ਕਰੋਨਾ ਦਾ ਦੌਰ ਚੱਲਿਆ, ਬੜਾ ਭਿਅੰਕਰ ਦੌਰ। ਮੈਂ ਲੰਡਨ ਦੇ ਵਿੱਚ ਜਿੰਨੀਆਂ ਹਿਊਜ ਕੈਜੁਅਲਟੀਜ਼ ਹੋਈਆਂ, ਆਈ ਸ਼ੁੱਡ ਬੀ ਨੈਵਰ ਫੋਰਗੈਟ। ਮੇਰੇ ਮਿੱਤਰ ਹਨ, ਗੁਲਾਟੀ ਸਾਹਿਬ ਜਾਣਦੇ ਹਨ, ਡਾਕਟਰ ਤੇਜ ਖੁਰਾਨਾ। ਉਹ ਜਦੋਂ ਵੀ ਮੇਰੇ ਨਾਲ ਗੁਫ਼ਤਗੂ ਕਰਨ ਕਹਿੰਦੇ ਭਾਈ ਸਾਹਿਬ ਬਸ ਕੁਝ ਉਹ ਹਾਲਤ ਚੱਲ ਰਹੀ ਹੈ, ਤੁਸੀਂ ਪੁੱਛੋ ਨਾ ਕੁਛ ਵੀ। ਅਫਗਾਨ ਸਿੱਖ ਸੰਗਤ, ਦੂਜੀਆਂ ਸਿੱਖ ਸੰਗਤ ਦੇ ਵਿੱਚ ਹਜ਼ਾਰਾਂ ਦੀਆਂ ਮੌਤਾਂ ਹੋਈਆਂ।
ਔਰ ਜਦੋਂ ਇਹ ਕਰੋਨਾ ਸਟਾਰਟ ਹੀ ਹੋਇਆ, ਸ੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਦੇ ਹੈੱਡ ਗ੍ਰੰਥੀ ਮੇਰੇ ਬੜੇ ਮਿੱਤਰ ਗਿਆਨੀ ਅਮਰੀਕ ਸਿੰਘ ਜੀ ਸਭ ਤੋਂ ਪਹਿਲੇ ਲਪੇਟ 'ਚ ਆਏ। ਹੈੱਡ ਗ੍ਰੰਥੀ ਪਾਰਕ ਐਵਨਿਊ ਦੇ ਸਭ ਤੋਂ ਪਹਿਲੇ ਉਹਨਾਂ ਦੀ ਮੌਤ ਹੋਈ। ਫਿਰ ਪਤਾ ਨਹੀਂ ਕਿਤਨੇ ਚਲੇ ਗਏ। ਮੈਂ ਅਰਜ਼ ਕਰ ਰਿਹਾ ਸੀ, ਮੌਤ ਦਾ ਤਾਂਡਵ ਸਾਰੀ ਦੁਨੀਆ 'ਚ ਨੱਚ ਰਿਹਾ ਹੈ। ਮੌਤ ਨੇ ਤੇ ਇੱਕ ਨਾ ਇੱਕ ਦਿਨ ਆ ਹੀ ਜਾਣਾ ਹੈ। ਤੇ ਅੱਜ ਤੱਕ ਕੋਈ ਦੁਨੀਆ ਦੇ ਵਿੱਚ ਸਾਇੰਟਿਸਟ, ਕੋਈ ਮਸ਼ੀਨ, ਕੋਈ ਇੰਸਟਰੂਮੈਂਟ ਨਹੀਂ ਹੈ ਜੋ ਬੰਦੇ ਨੂੰ ਮੌਤ ਤੋਂ ਬਚਾ ਸਕੇ, ਜੋ ਬੰਦੇ ਨੂੰ ਡੈਥ ਤੋਂ ਬਚਾ ਸਕੇ। ਕੋਈ ਇਸ ਤਰ੍ਹਾਂ ਦਾ ਅੱਜ ਤੱਕ ਬਣਿਆ ਨਹੀਂ ਹੈ। ਕੋਈ ਡਾਕਟਰ, ਕੋਈ ਸਾਇੰਟਿਸਟ, ਕੋਈ ਵਿਗਿਆਨਕ ਨਹੀਂ ਹੈ ਜੋ ਬੰਦੇ ਨੂੰ ਮੌਤ ਤੋਂ ਬਚਾ ਸਕੇ। ਬਾਬਾ ਫਰੀਦ ਤੇ ਇੱਥੋਂ ਤੱਕ ਕਹਿੰਦੇ, ਹੁਣੇ ਵੀਰ ਜੀ ਗੁਲਾਟੀ ਜੀ ਦੱਸ ਰਹੇ, ਕਹਿੰਦੇ 2 ਦਿਨ ਪਹਿਲੇ ਹੀ ਸਹੀ ਸਲਾਮਤ ਗੱਲਬਾਤ ਹੋਈ ਨਹੀਂ, ਕੋਈ ਗੱਲ ਹੀ ਨਹੀਂ ਐਸੀ। ਸ਼ਾਇਦ ਕੱਲ੍ਹ ਪਰਸੋਂ ਅਸੀਂ ਇਕੱਠੇ ਹੀ ਸੀ, ਕੋਈ ਐਸੀ ਗੱਲ ਹੀ ਨਹੀਂ। ਬਾਬਾ ਫਰੀਦ ਜੀ ਕਹਿੰਦੇ ਨੇ, ਉਹਨਾਂ ਦੇ ਬੋਲ ਹਨ, ਮਲਕਤ ਮੌਤ ਜਾਂ ਆਵ ਸੀ, ਸਭ ਦਰਵਾਜ਼ੇ ਭੰਨ। ਬੜੀ ਕੀਮਤੀ ਪੰਕਤੀ ਹੈ। ਬਾਬਾ ਫਰੀਦ ਕਹਿੰਦੇ ਨੇ, ਜਦੋਂ ਮੌਤ ਆਉਂਦੀ ਹੈ ਉਹ ਨਹੀਂ ਦੇਖਦੀ ਬੱਚਾ ਹੈ, ਉਹ ਨਹੀਂ ਦੇਖਦੀ ਜਵਾਨ ਹੈ, ਉਹ ਨਹੀਂ ਦੇਖਦੀ ਬੁੱਢਾ ਹੈ, ਉਹ ਨਹੀਂ ਦੇਖਦੀ ਗਿਆਨੀ ਹੈ, ਉਹ ਨਹੀਂ ਦੇਖਦੀ ਕੋਈ ਵੱਡਾ ਹੈ। ਮੌਤ ਜਦੋਂ ਆਉਂਦੀ ਹੈ, ਬਾਬਾ ਫਰੀਦ ਕਹਿੰਦੇ ਨੇ, ਉਹ ਸਭ ਦਰਵਾਜ਼ੇ ਭੰਨ ਕੇ ਆ ਜਾਂਦੀ ਹੈ। ਮਲਕਤ ਮੌਤ ਜਾਂ ਆਵ ਸੀ, ਸਭ ਦਰਵਾਜ਼ੇ ਭੰਨ। ਕੋਈ ਐਸਾ ਅੱਜ ਤੱਕ ਸਿਕਿਉਰਿਟੀ ਲੌਕ ਨਹੀਂ ਹੈ। ਮੈਂ ਅਰਜ਼ ਕਰਾਂ, ਕੋਈ ਐਸਾ ਅੱਜ ਤੱਕ ਕਾਲ ਕੋਠੜੀ ਨਹੀਂ ਹੈ ਜਿੱਥੇ ਮੌਤ ਨਹੀਂ ਪਹੁੰਚ ਸਕਦੀ। ਮਹਾਰਾਜ ਨੇ ਬਾਣੀ ਦੇ ਵਿੱਚ ਇੱਕ ਉਦਾਹਰਣ ਦਿੱਤਾ, ਤੇ ਉਦਾਹਰਣ ਬੜਾ ਕੀਮਤੀ ਹੈ। ਕਹਿੰਦੇ ਨੇ, ਤ੍ਰੇਤਾ ਯੁੱਗ ਦਾ ਇੱਕ ਰਾਜਾ ਹੈ, ਤੇ ਉਹ ਰਾਜਾ ਬੜਾ ਵਿਦਵਾਨ ਹੈ। ਉਹ ਰਾਜਾ ਬੜਾ ਸਿਆਣਾ ਹੈ। ਤੇ ਉਹ ਜਿਹੜਾ ਰਾਜਾ ਹੈ, ਉਹ 4 ਵੇਦਾਂ ਦਾ ਗਿਆਨੀ ਵੀ ਹੈ। ਉਹਨੂੰ ਰਿਗ ਵੇਦ ਜ਼ਬਾਨੀ ਯਾਦ ਹੈ, ਉਹਨੂੰ ਅਥਰਵ ਵੇਦ ਜ਼ਬਾਨੀ ਯਾਦ ਹੈ, ਉਹਨੂੰ ਸ਼ਾਮ ਵੇਦ ਜ਼ਬਾਨੀ ਕੰਠ ਹੈ। 4 ਵੇਦ ਉਹਨੂੰ ਜ਼ਬਾਨੀ ਯਾਦ ਹੈ, ਕੰਠ ਹੈ। ਕਹਿੰਦੇ ਨੇ, ਉਹਨੇ ਮੌਤ ਤੋਂ ਬਚਣ ਦਾ ਜਿਤਨਾ ਪ੍ਰਯਾਸ ਕੀਤਾ, ਕੋਈ ਕਰ ਨਹੀਂ ਸਕਦਾ। ਥੋੜ੍ਹਾ ਧਿਆਨ ਨਾਲ ਜ਼ਿਹਨ ਨਸ਼ੀਨ ਕਰਨਾ, ਤਵਾਜ਼ਨ ਫਰਾਹਮ ਕਰਨਾ। ਕਹਿੰਦੇ ਨੇ, ਜਿੰਨਾ ਉਹਨੇ ਮੌਤ ਤੋਂ ਬਚਣ ਦਾ ਯਤਨ ਕੀਤਾ, ਕੋਈ ਕਰ ਨਹੀਂ ਸਕਦਾ। ਪਤਾ ਕੀ ਯਤਨ ਕੀਤਾ ਹੈ, ਕੀ ਪ੍ਰਯਾਸ ਕੀਤਾ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੋਲ, ਲੰਕਾ ਸਾ ਕੋਟ ਸਮੁੰਦ ਸੀ ਖਾਈ। ਉਹਨੇ ਅਰੇਬੀਅਨ ਸੀ ਦੇ ਵਿੱਚ ਆਪਣਾ ਮਹੱਲ ਬਣਾਇਆ ਹੈ। ਉਹਨੂੰ ਲੰਕਾ ਕਹਿੰਦੇ ਨੇ। ਉਹ ਜਿਹੜੀ ਲੰਕਾ ਹੈ, ਉਹ ਕਰੀਬਨ ਅਰੇਬੀਅਨ ਸੀ ਦੇ ਵਿੱਚ ਬੜੇ ਗਹਿਰੇ ਪਾਣੀ 'ਚ ਬਣੀ ਹੋਈ ਹੈ। ਬੜਾ ਗਹਿਰਾ ਸਮੁੰਦਰ ਹੈ ਉੱਥੇ, ਅਰਬ ਸਾਗਰ, ਅਰੇਬੀਅਨ ਸੀ। ਉਹਨੇ ਲੰਕਾ ਉੱਥੇ ਬਣਾਈ ਹੈ। ਲੰਕਾ ਸਾ ਕੋਟ, ਸਿਰਫ ਉਹਨੇ ਮਹੱਲ ਨਹੀਂ ਬਣਾਇਆ, ਆਲੇ ਦੁਆਲੇ ਜਿੰਨੇ ਭਾਰਤ ਦੇ ਵਿੱਚ ਆਪਨੇ ਪੁਰਾਣੇ ਕਿਲੇ ਦੇਖੇ ਹੋਣਗੇ, ਉਹ ਵੱਡੀਆਂ ਵੱਡੀਆਂ ਦੀਵਾਰਾਂ ਉੱਥੇ ਕਿਲਿਆਂ 'ਤੇ ਬਣੀਆਂ। ਲਾਲ ਕਿਲਾ ਹੈ, ਫਤਿਹਪੁਰ ਸੀਕਰੀ ਹੈ, ਜੈਪੁਰ ਦੇ ਕਿਲੇ ਹਨ। ਉਹ ਬੜੀਆਂ ਵੱਡੀਆਂ ਵੱਡੀਆਂ ਉੱਚੀਆਂ ਉੱਚੀਆਂ ਦੀਵਾਰਾਂ ਹਨ। ਕੋਟ ਕਹਿੰਦੇ ਨੇ ਕਿਲੇ ਨੂੰ। ਲੰਕਾ ਸਾ ਕੋਟ ਸਮੁੰਦ ਸੀ ਖਾਈ, ਜਿੱਥੇ ਉਹਨੇ ਕਿਲਾ ਬਣਾਇਆ, ਮਹੱਲ ਬਣਾਇਆ, ਚਾਰੇ ਪਾਸੇ ਪਾਣੀ ਹੈ, ਸਮੁੰਦਰ ਹੈ, ਅਰੇਬੀਅਨ ਸੀ ਹੈ। ਉਹਨੇ ਇਤਨੇ ਪੁਖਤਾ ਇੰਤਜ਼ਾਮ ਕੀਤੇ ਹੈ ਕਿ ਮੌਤ ਨਾ ਆ ਸਕੇ, ਮੈਂ ਮਰ ਨਾ ਜਾਵਾਂ। ਫਿਰ ਇੱਥੇ ਹੀ ਬਸ ਨਹੀਂ, ਉਹਨੇ ਅਮਰ ਹੋਣ ਦਾ ਵੀ ਸ਼ਿਵ ਕੋਲੋਂ ਵਰਦਾਨ ਮੰਗਿਆ ਹੈ, ਮੈਂ ਅਮਰ ਹੀ ਰਵਾਂ, ਮਰਾਂ ਹੀ ਨਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ,
मैं फिर दोहरा दियाँ। लंका सा कोट समुंद सी खाई, पर होया कि तै रावण घर खबर ना पाई। ਉਹ ਰਾਵਣ ਵੀ ਮੌਤ ਦੇ ਹੱਥੋਂ ਹਾਰ ਗਿਆ, ਉਹਨੂੰ ਵੀ ਅਖੀਰ ਦੇ ਵਿੱਚ ਮੌਤ ਨੇ ਪਕੜ ਲਿਆ, ਗ੍ਰਸ ਲਿਆ। ਇੱਕ ਮਹਾਰਾਜ ਦੀ ਬਾਣੀ 'ਚ ਉਦਾਹਰਣ ਹੋਰ ਵੀ ਦੇਵਾਂ। ਆਮ ਤੌਰ 'ਤੇ ਜਦੋਂ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਹੈ ਜਾਂ ਸਹਿਜ ਪਾਠ ਦਾ ਭੋਗ ਪੈਂਦਾ ਹੈ, ਤੇ ਮੈਂ ਦੇਖਿਆ ਜਗਿਆਸੂ ਜਨ, ਭਗਤ ਜਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਜਦੋਂ ਸਲੋਕ ਆਉਂਦੇ ਨੇ ਬੜੇ ਪਿਆਰ ਨਾਲ ਸੁਣਦੇ ਨੇ। ਉਹਨਾਂ ਸਲੋਕਾਂ ਦਾ ਕਈ ਪਾਠ ਵੀ ਕਰਦੇ ਹਨ, ਕਈਆਂ ਦੀ ਭਾਵਨਾ ਮਹਾਰਾਜ ਨੂੰ ਉਹ ਚੌਰ ਵੀ ਕਰਦੇ ਹਨ। ਉਹ ਦਰਅਸਲ ਇੱਕ ਵਿਚਾਰ ਹੈ ਕਿ ਹੁਣ ਸਲੋਕ ਸ਼ੁਰੂ ਹੋ ਗਏ ਨੇ ਤੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਣ ਵਾਲੀ ਹੈ। ਲਾਸਟ ਟਾਈਮ ਜਦੋਂ ਮੈਂ ਇਸ ਗੁਰੂ ਘਰ ਆਇਆ, ਮੈਂ ਉਸ ਸਲੋਕਾਂ ਦੀ ਕਥਾ ਵੀ ਲੰਬਾ ਟਾਈਮ ਕੀਤੀ ਸੀ। ਸ਼ਲੋਕ ਸੰਸਕ੍ਰਿਤ ਦਾ ਦਰਅਸਲ ਸ਼ਬਦ ਹੈ, ਉਹਨੂੰ ਸੰਸਕ੍ਰਿਤ 'ਚ ਕਹਿੰਦੇ ਨੇ ਸਲੋਕ, ਤੇ ਉਹਨੂੰ ਹਿੰਦੀ 'ਚ ਕਹਿੰਦੇ ਨੇ ਦੋਹਰਾ। ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਿਆਂ ਹੋਇਆਂ ਕਈ ਦਫਾ ਪੜ੍ਹਿਆ ਹੋਵੇਗਾ, ਉੱਥੇ ਲਿਖਿਆ ਉੱਪਰ ਦੋ ਪੱਦੇ। ਆਪਾਂ ਚੌਪਦੇ ਪੜ੍ਹਦੇ ਹਾਂ, ਅਸ਼ਟਪਦੀ ਪੜ੍ਹਦੇ ਹਾਂ, ਉੱਪਰ ਲਿਖਿਆ ਦੋ ਪਦੇ, ਉਹਦਾ ਮਤਲਬ ਦੋ ਪਦੇ। ਉਹ ਵੀ ਦਰਅਸਲ ਹੈ ਸਲੋਕ ਹੀ ਹੈ, ਦੋ ਪਦੇ ਆਪਾਂ ਪੜ੍ਹਦੇ ਕਈ ਦਫਾ। ਗੁਰੂ ਤੇਗ ਬਹਾਦਰ ਸਾਹਿਬ ਦੇ ਇਹ ਜਿਹੜੇ ਸਲੋਕ ਹਨ, ਇਹ ਦੋ ਦੋ ਪਦਿਆਂ ਦੇ ਨੇ, ਦੋ ਦੋ ਪੰਕਤੀਆਂ ਦੇ ਸਲੋਕ ਹੈ। ਜਦੋਂ ਮੈਂ ਅਰਜ਼ ਕਰਾਂ, ਅਮੂਮਨ ਮੈਂ ਇੰਡੀਆ ਦੇ ਵਿੱਚ ਦੇਖਿਆ ਜਿੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਇਤਿਹਾਸਕ ਗੁਰਦੁਆਰੇ ਹੈ, ਚਾਹੇ ਸੀਸਗੰਜ ਸਾਹਿਬ ਹੈ, ਚਾਹੇ ਆਗਰੇ ਹੈ, ਚਾਹੇ ਅੰਮ੍ਰਿਤਸਰ ਹੈ, ਜਿਹੜੇ ਵੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਰਿਲੇਟਡ ਗੁਰਦੁਆਰੇ, ਉੱਥੇ ਇਹ ਸਲੋਕ ਲਿਖੇ ਵੀ ਹੋਏ ਨੇ। ਸੀਸਗੰਜ ਸਾਹਿਬ ਵੀ ਲਿਖੇ ਹੋਏ ਨੇ। ਇਸ ਸਲੋਕਾਂ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਰਅਸਲ ਮੌਤ ਦਾ ਹੀ ਜ਼ਿਕਰ ਕਰ ਰਹੇ ਨੇ, ਡਿਟੈਚਮੈਂਟ ਦਾ ਹੀ ਜ਼ਿਕਰ ਕਰ ਰਹੇ ਨੇ। ਗੁਰੂ ਤੇਗ ਬਹਾਦਰ ਸਾਹਿਬ ਉਹਦੇ ਵਿੱਚ ਸਾਨੂੰ ਸੰਸਾਰ ਤੋਂ ਡਿਟੈਚ ਕਰ ਰਹੇ ਨੇ, ਨਿਰੰਕਾਰ ਨਾਲ ਅਟੈਚ ਕਰ ਰਹੇ ਨੇ। ਤੇ ਮੈਂ ਕਈ ਦਫਾ ਅਰਜ਼ ਕੀਤੀ, ਕਿਸੇ ਕੋਲ ਪਾਠ ਕਰਨ ਦਾ ਟਾਈਮ ਨਹੀਂ, ਕੋਈ ਗੱਲ ਨਹੀਂ। ਕਿਸੇ ਕੋਲ ਸ਼ਬਦ ਪੜ੍ਹਨ ਦਾ ਟਾਈਮ ਨਹੀਂ, ਕੋਈ ਗੱਲ ਨਹੀਂ। ਇੱਕ ਸਲੋਕ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਪੜ੍ਹ ਲਓ, ਇੱਕ ਸਲੋਕ, ਇੱਕੋ ਹੀ ਸਲੋਕ, ਮੇਰੇ ਖਿਆਲ ਅੱਧਾ ਕੁ ਮਿੰਟ ਵੀ ਨਹੀਂ ਲੱਗਦਾ, ਅੰਦਰ ਗਿਆਨ ਤੇ ਵੈਰਾਗ ਲਾਜ਼ਮੀ ਪੈਦਾ ਹੋਏਗਾ। ਇੱਕ ਸਲੋਕ ਵੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਮੈਂ ਐਸਾ ਦੇਖਿਆ ਹੈ ਕਿ ਅਸੀਂ ਸੰਸਾਰ ਦੇ ਵਿੱਚ ਮੰਨਦੇ ਹਾਂ ਕਿ ਇੱਕ ਬੰਦਾ ਚਲਾ ਗਿਆ ਜਾਂ 10 ਬੰਦੇ ਚਲੇ ਗਏ, ਜਾਂ ਕਰੋਨਾ ਕਰਕੇ ਹਜ਼ਾਰਾਂ ਹੀ ਬੰਦੇ ਚਲੇ ਗਏ। ਮੈਂ ਬੇਨਤੀ ਕਰਾਂ, ਲੰਡਨ ਦੇ ਵਿੱਚ ਤਕਰੀਬਨ ਇਹ ਅਫਗਾਨ ਸਿੱਖ ਸੰਗਤ, ਮੈਂ ਹਾਲੈਂਡ ਵੀ ਦੇਖਿਆ, ਕਾਫੀ ਗਜ਼ਨੀ ਤੋਂ ਪਰਿਵਾਰ, ਬੈਲਜੀਅਮ, ਪਤਾ ਨਹੀਂ ਹਜ਼ਾਰਾਂ ਲੱਖਾਂ ਲੋਕ ਫੌਤ ਹੋ ਗਏ, ਚਲੇ ਗਏ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਸਾਡੇ ਮਨ ਦਾ ਭਰਮ ਹੈ, ਖਿਆਲ ਹੈ ਕਿ ਇੱਕ ਬੰਦਾ ਚਲਾ ਗਿਆ, 10 ਬੰਦੇ ਚਲੇ ਗਏ, ਜਾਂ 10,000 ਚਲੇ ਗਏ, ਜਾਂ ਇੰਜ ਕਹੀਏ ਕਿ ਲੱਖਾਂ ਹਜ਼ਾਰਾਂ ਦੇ ਵਿੱਚ ਚਲੇ ਗਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਹਕੀਕਤ ਹੈ, ਵਾਸਤਵਿਕਤਾ ਹੈ, ਰਿਐਲਿਟੀ ਹੈ, ਯੂਨੀਵਰਸਲ ਟਰੁਥ ਹੈ ਕਿ ਦਰਅਸਲ ਮਹਾਰਾਜ ਕਹਿੰਦੇ ਨੇ, ਜਗ ਰਚਨਾ ਸਭ ਝੂਠ ਹੈ। ਜਾਨ ਲਿਓ ਰੇ ਮੀਤ, ਹੇ ਮੇਰੇ ਮਿੱਤਰ ਇੱਕ ਗੱਲ ਸਮਝ ਲੈ ਕਿ ਜਗਤ ਦੀ ਰਚਨਾ ਹੀ ਝੂਠ ਹੈ। ਇਹ ਜਗਤ ਦੀ ਰਚਨਾ ਹੀ ਮਿੱਥਿਆ ਹੈ। ਇੱਥੇ ਇਹ ਨਹੀਂ ਹੈ ਕਿ ਸਿਰਫ ਇੱਕ ਬੰਦਾ ਚਲਾ ਗਿਆ ਜਾਂ 10 ਬੰਦੇ ਚਲੇ ਗਏ। ਮਹਾਰਾਜ ਕਹਿੰਦੇ ਨੇ, ਨਹੀਂ, ਇੱਥੇ ਤੇ ਇੱਕ ਦਿਨ ਧਰਤੀ ਵੀ ਖਤਮ ਹੋ ਜਾਂਦੀ ਹੈ, ਸੂਰਜ ਵੀ ਖਤਮ ਹੋ ਜਾਂਦਾ ਹੈ, ਚੰਦਰਮਾ ਵੀ ਖਤਮ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਦਾ ਇੱਕ ਬੋਲ ਹੈ, ਸਲੋਕ ਸੰਸਕ੍ਰਿਤੀ, ਹਜ਼ੂਰ ਕਹਿੰਦੇ ਨੇ, ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵ ਸਸੀਰ ਨਿਖਤਰੰ। ਇੱਥੇ ਸਭ ਕੁਝ ਘਟ ਰਿਹਾ ਹੈ ਤੇ ਘਟਦਿਆਂ ਖਤਮ ਹੋ ਜਾਂਦਾ ਹੈ। ਮੈਂ ਅਰਜ਼ ਕਰਾਂ, ਇਹ ਸੰਸਾਰ ਦਾ ਵਿਧਾਨ ਹੈ, ਇਹ ਜਗਤ ਦਾ ਵਿਧਾਨ ਹੈ।
ਜੋ ਇੱਥੇ ਵੀ ਪੈਦਾ ਹੋਇਆ ਹੈ, ਉਹਦਾ ਪੈਦਾ ਹੋਣ 'ਚ ਕੋਈ ਜ਼ੋਰ ਨਹੀਂ ਹੈ, ਉਹਦਾ ਜੀਵਨ ਵਿੱਚ ਕੋਈ ਜ਼ੋਰ ਨਹੀਂ ਹੈ, ਤੇ ਉਹਦਾ ਜਾਣ ਵਿੱਚ ਵੀ ਕੋਈ ਜ਼ੋਰ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਦੇ ਬੋਲ, ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ। ਮੈਂ ਸਮਝਦਾ ਜੇ 2-4 ਦਿਨ ਹੀ ਗੁਲਾਟੀ ਸਾਹਿਬ ਨਾਲ ਬੈਠੇ ਤੇ ਕਹਿਣ ਲੱਗੇ, ਇੱਕਦਮ ਹੀ ਪਤਾ ਚੱਲਿਆ ਕਿ ਸਰਦਾਰ ਜੋਗਿੰਦਰ ਸਿੰਘ ਜੀ ਸੰਸਾਰ ਤੋਂ ਨਹੀਂ ਰਹੇ। ਮੇਰੀ ਇਹ ਗੁਲਾਟੀ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ, ਕਿਉਂਕਿ ਜਦੋਂ ਦਾ ਵੀ ਇਹ ਗੁਰੂ ਘਰ ਬਣਿਆ ਹੈ, ਇਹ ਅਣਥੱਕ ਸੇਵਾਦਾਰ ਹੈ ਸਾਰਾ ਪਰਿਵਾਰ। ਮੈਂ ਵੀ ਬੇਨਤੀ ਕਰਾਂ, ਇੱਥੇ ਹੀ ਨਹੀਂ, ਗੁਰੂ ਨਾਨਕ ਦਰਬਾਰ ਲੰਡਨ ਦੇ ਜਿਹੜੇ ਫਾਊਂਡਰ ਹਨ ਸਰਦਾਰ ਮਨਜੀਤ ਸਿੰਘ ਜੀ ਗਰੋਵਰ, ਉਹ ਮੈਨੂੰ ਦੱਸਦੇ ਸਨ, ਗੁਲਾਟੀ ਸਾਹਿਬ ਦੇ ਹੁਣੇ ਭੈਣ ਜੀ ਕਹਿ ਰਹੇ ਸਨ, ਮਾਮਾ ਜੀ ਨਿਰਮਲ ਸਿੰਘ, ਸਾਰਾ ਪਰਿਵਾਰ ਜਿੱਥੇ ਜਿੱਥੇ ਵੀ ਮੈਂ ਯੂਰਪ 'ਚ ਜਾਵਾਂ ਮੈਨੂੰ ਨਾਲ ਗਾਈਡ ਕਰਦੇ ਨੇ। ਇਹ ਸਾਰਾ ਪਰਿਵਾਰ ਮੈਨੂੰ ਬਹੁਤ ਪਿਆਰ ਦਿੰਦਾ ਹੈ, ਤਾਂ ਮੇਰੀ ਇਹਨਾਂ ਨਾਲ ਹਮਦਰਦੀ ਹੈ। ਵਾਹਿਗੁਰੂ ਸਰਦਾਰ ਜੋਗਿੰਦਰ ਸਿੰਘ ਜੀ ਗੁਲਾਟੀ ਜੀ ਦੇ ਵਾਸਤੇ ਅੱਜ ਆਪਾਂ ਅਰਦਾਸ ਕਰਨੀ ਹੈ, ਕਿਉਂਕਿ ਮੈਂ ਅਖੀਰ ਦੇ ਉੱਤੇ ਇੱਕ ਬੇਨਤੀ ਕਰਾਂ। ਆਯੂ ਦੇ ਵਿੱਚ ਸਭ ਤੋਂ ਲੰਬੀ ਆਯੂ ਦੇ ਸਤਿਗੁਰੂ ਧੰਨ ਗੁਰੂ ਅਮਰਦਾਸ ਹੈ। ਸਭ ਤੋਂ ਛੋਟੀ ਆਯੂ ਦੇ ਸਤਿਗੁਰੂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਹੈ। ਗੁਰੂ ਅਮਰਦਾਸ ਜੀ ਜਦੋਂ ਇਸ ਸੰਸਾਰ ਤੋਂ ਗਏ, ਮੈਂ ਬੇਨਤੀ ਕਰਾਂ, ਇਹ ਕਹਾਣੀ ਨਹੀਂ ਹੈ, ਬਾਣੀ ਹੈ, ਇਹ ਸਾਖੀ ਨਹੀਂ ਹੈ। ਉਹਨਾਂ ਨੇ ਇੱਕ ਉਪਦੇਸ਼ ਕੀਤਾ, ਸਤਿਗੁਰ ਭਾਣੇ ਆਪਣੇ ਬੈ ਪਰਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ, ਸੋ ਮੈਂ ਮੂਲ ਨਾ ਪਾਇਆ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਅਸੀਂ ਸੰਸਾਰ ਤੋਂ ਹੁਣ ਜੋ ਹੈ ਜਾਣਾ ਹੈ, ਤੇ ਤੁਸੀਂ ਵੈਰਾਗ ਨਹੀਂ ਕਰਨਾ, ਗੁਰਬਾਣੀ ਦਾ ਕੀਰਤਨ ਸੁਣਨਾ ਹੈ, ਗੁਰਬਾਣੀ ਦੀ ਕਥਾ ਸੁਣਨੀ ਹੈ, ਸ਼ਬਦ ਦੇ ਨਾਲ ਮਨ ਨੂੰ ਧੀਰਜ ਦੇਣਾ ਹੈ। ਇਹ ਗੁਰੂ ਅਮਰਦਾਸ ਜੀ ਦਾ ਉਪਦੇਸ਼। ਅੱਜ ਵੀਰ ਜੀ ਜੋਗਿੰਦਰ ਸਿੰਘ ਜੀ ਗੁਲਾਟੀ ਜੀ ਲਈ ਅਸੀਂ ਅਰਦਾਸ ਕਰਨੀ ਹੈ ਕਿ ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਬਹੁਜਲ ਫੇਰਾ। ਸਮੂਹ ਗੁਲਾਟੀ ਪਰਿਵਾਰ, ਕਿਉਂਕਿ ਮੈਂ ਜਿੱਥੇ ਜਿੱਥੇ ਵੀ ਯੂਰਪ UK ਜਾਣਾ ਹੈ ਜਾਂ ਕਿਧਰੇ ਵੀ ਜਾਣਾ, ਮੈਨੂੰ ਬਕਾਇਦਾ ਦੱਸਦੇ ਨੇ, ਆਪ ਛੋਟੇ ਅਜ਼ੀਜ਼ ਜਾਣ ਕੇ ਕਿ ਭਾਈ ਸਾਹਿਬ ਫਲਾਣਾ ਸੱਜਣ ਤੁਹਾਨੂੰ ਮਿਲਣ ਆਏਗਾ, ਤੁਸੀਂ ਮਿਲ ਲੈਣਾ। ਅਤੇ ਮੇਰਾ ਖਿਆਲ ਹੈ ਕਿ ਸਾਰੇ ਹੀ ਇੰਟਰਕਨੈਕਟਡ ਨੇ, ਸਾਰੇ ਹੀ ਇੱਕ ਦੂਜੇ ਦੇ ਨਾਲ ਪਿਆਰ ਰੱਖਦੇ ਨੇ। ਮਹਾਰਾਜ ਕਿਰਪਾ ਕਰਨ, ਉਹਨਾਂ ਦੀ ਆਤਮਾ ਨੂੰ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਹੁਕਮ ਦੇ ਵਿੱਚ ਰਹਿਣ ਦੀ ਤੌਫੀਕ ਦੇਣ। ਅਗਲਾ ਪ੍ਰੋਗਰਾਮ ਸਰਵਣ ਕਰੋ। ਸਿੱਖ ਜਗਤ ਦੇ ਨਾਮਵਰ ਕੀਰਤਨੀਏ ਭਾਈ ਸਾਹਿਬ ਭਾਈ ਬਲਵਿੰਦਰ, ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਰੰਗੀਲਾ ਆਏ ਹਨ। ਉਹਨਾਂ ਨੇ ਆਪ ਨੂੰ ਸ਼ਬਦ ਕੀਰਤਨ ਸਰਵਣ ਕਰਾਉਣਾ। ਤਫਸੀਲ ਆਪ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਨ ਸਤਿਕਾਰਯੋਗ ਗਿਆਨੀ ਭੁਪਿੰਦਰ ਸਿੰਘ ਜੀ ਮਸਕੀਨ, ਜਿਨ੍ਹਾਂ ਨੇ ਗੁਰਬਾਣੀ ਵਿਚਾਰ